ਡਾਕਟਰ ਜੋਸੇਫ ਮਰਫੀ ਦਾ ਅਗਲਾ ਲੇਖ ਹੈ ਅਵਚੇਤਨ ਮਨ ਤੇ ਨੀਂਦਰ ਦੇ ਚਮਤਕਾਰ। ਤੁਸੀਂ ਹਰ 24 ਵਿੱਚੋਂ 8 ਘੰਟੇ ਭਾਵ ਆਪਣੀ 1/3 ਜ਼ਿੰਦਗੀ ਸੌਣ ਵਿੱਚ ਬਤੀਤ ਕਰਦੇ ਹੋ। ਇਹ ਜੀਵਨ ਦਾ ਅਤੁੱਟ ਨਿਯਮ ਹੈ। ਨੀਂਦਰ ਇੱਕ ਦੈਵੀ ਨਿਯਮ ਹੈ ਤੇ ਸਾਡੀ ਕਈ ਸਮੱਸਿਆਵਾਂ ਦੇ ਜਵਾਬ ਸਾਨੂੰ ਡੂੰਘੀ ਨੀਂਦਰ 'ਚ ਮਿਲਦੇ ਹਨ। ਕਈ ਲੋਕ ਇਸ ਸਿਧਾਂਤ ਦਾ ਸਮਰਥਨ ਕਰਦੇ ਹਨ ਕਿ ਤੁਸੀਂ ਦਿਨ 'ਚ ਥੱਕ ਜਾਂਦੇ ਹੋ, ਇਸ ਲਈ ਤੁਸੀਂ ਸਰੀਰ ਨੂੰ ਆਰਾਮ ਦੇਣ ਦੇ ਲਈ ਸੌਂਦੇ ਹੋ ਤੇ ਸੌਂਦੇ ਸਮੇਂ ਸਰੀਰ 'ਚ ਮੁਰੰਮਤ ਦੀ ਪ੍ਰਕਿਰਿਆ ਚੱਲਦੀ ਹੈ। ਇਹ ਬਹੁਤ ਵੱਡੀ ਗਲਤਫਹਿਮੀ ਹੈ। ਨੀਂਦਰ ਵਿੱਚ ਸਰੀਰ ਕਦੇ ਆਰਾਮ ਨਹੀਂ ਕਰਦਾ। ਸੌਣ ਸਮੇਂ ਵੀ ਤੁਹਾਡਾ ਦਿਲ, ਫੇਫੜੇ ਤੇ ਸਾਰੇ ਮਹੱਤਵਪੂਰਨ ਅੰਗ ਕੰਮ ਕਰਦੇ ਰਹਿੰਦੇ ਹਨ। ਜੇ ਤੁਸੀਂ ਸੌਣ ਤੋਂ ਪਹਿਲਾਂ ਖਾਂਦੇ ਹੋ ਤਾਂ ਖਾਣਾ ਪਚ ਜਾਂਦਾ ਹੈ, ਪੌਸ਼ਟਿਕ ਪਦਾਰਥ ਸਾਰੇ ਅੰਗਾਂ ਤੱਕ ਪਹੁੰਚ ਜਾਂਦੇ ਆ, ਤੁਹਾਡੀ ਚਮੜੀ ਪਸੀਨਾ ਉਤਪੰਨ ਕਰਦੀ ਹੈ, ਤੁਹਾਡੇ ਨਹੁੰ ਤੇ ਕੇਸ਼ ਵੱਧਦੇ ਰਹਿੰਦੇ ਆ। ਇਸੇ ਤਰ੍ਹਾਂ ਨਾਲ ਤੁਹਾਡਾ ਅਵਚੇਤਨ ਮਨ ਕਦੇ ਨਹੀਂ ਸੌਂਦਾ ਜਾਂ ਆਰਾਮ ਨਹੀਂ ਕਰਦਾ। ਇਹ ਹਮੇਸ਼ਾ ਸਰਗਰਮ ਰਹਿੰਦਾ ਹੈ, ਤੁਹਾਡੀ ਸਾਰੀ ਮਹੱਤਵਪੂਰਨ ਸ਼ਕਤੀਆਂ ਨੂੰ ਨਿਯੰਤਰਿਤ ਕਰਦਾ ਹੈ। ਨੀਂਦਰ 'ਚ ਉਪਚਾਰਕ ਪ੍ਰਕਿਰਿਆ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੀ ਹੈ, ਕਿਉਂਕਿ ਜਦ ਤੁਹਾਡਾ ਚੇਤਨ ਮਨ ਕੋਈ ਅੜਿੱਕਾ ਨਹੀਂ ਪਾਉਂਦਾ, ਤੁਹਾਡੇ ਸਵਾਲਾਂ ਦੇ ਵਿਲੱਖਣ ਜਵਾਬ ਤੁਹਾਨੂੰ ਨੀਂਦ ਵਿੱਚ ਹੀ ਮਿਲ ਜਾਂਦੇ ਹੈ। ਅਸੀਂ ਸੌਂਦੇ ਕਿਉਂ ਹਾਂ? ਨੀਂਦ ਬਾਰੇ ਗੰਭੀਰ ਸ਼ੋਧ ਕਰਨ ਵਾਲੇ ਸ਼ੁਰੂਆਤੀ ਵਿਗਿਆਨਕ ਸ਼ੋਧਕਰਤਾਵਾਂ ਵਿੱਚ ਡਾਕਟਰ ਜੌਨ ਬਿਜੋਲੋ ਦਾ ਨਾਂ ਜ਼ਿਕਰਯੋਗ ਹੈ। ਉਹ ਇਹ ਦਿਖਾਉਣ 'ਚ ਸਫਲ ਹੋਏ ਕਿ ਰਾਤ ਨੂੰ ਸੌਣ ਵੇਲੇ ਅੱਖ, ਕੰਨ, ਨੱਕ ਤੇ ਚਮੜੀ ਦੇ ਹੇਠਾਂ ਦੀਆਂ ਤੰਤਰਿਕਾਵਾਂ ਨਾਲ ਤੁਹਾਨੂੰ ਲਗਾਤਾਰ ਸੰਵੇਗ ਮਿਲਦੇ ਰਹਿੰਦੇ ਹਨ। ਮਸਤਿਸ਼ਕ ਦਾ ਤੰਤਰਿਕਾ ਸੰਚਾਰ ਤੰਤਰ ਵੀ ਕਾਫੀ ਸਰਗਰਮ ਰਹਿੰਦਾ ਹੈ। ਡਾਕਟਰ ਬਿਜੋਲੋ ਦੇ ਸ਼ੋਧ ਦਾ ਨਤੀਜਾ ਇਸ ਪੁਸਤਕ ਵਿੱਚ ਦਿੱਤੀ ਗਈ ਜਾਣਕਾਰੀ ਤੋਂ ਕਾਫੀ ਮਿਲਦਾ ਜੁਲਦਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਸੌਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਆਤਮਾ ਦਾ ਜ਼ਿਆਦਾ ਖਾਸ ਹਿੱਸਾ ਅਮੂਰਤਤਾ ਨਾਲ ਸਾਡੀ ਜ਼ਿਆਦਾ ਉੱਚ ਪ੍ਰਕਿਰਤੀ ਨਾਲ ਇਕਾਗਰ ਹੋ ਜਾਂਦਾ ਹੈ, ਦੇਵਤਿਆਂ ਦੇ ਗਿਆਨ ਤੇ ਸਾਬਕਾ ਗਿਆਨ 'ਚ ਹਿੱਸੇਦਾਰ ਬਣਦਾ ਹੈ। ਨੀਂਦ ਪ੍ਰਾਰਥਨਾ ਦੀ ਹੀ ਇੱਕ ਕਿਸਮ ਹੈ। ਸਾਰਾ ਦਿਨ ਤੁਹਾਡਾ ਚੇਤਨ ਮਨ ਚਿੰਤਾਵਾਂ, ਸੰਘਰਸ਼ ਤੇ ਵਿਵਾਦਾਂ 'ਚ ਉਲਝਿਆ ਰਹਿੰਦਾ ਹੈ। ਇਹਨੂੰ ਸਮੇਂ-ਸਮੇਂ ਤੇ ਇੰਦਰੀਆਂ ਤੇ ਪ੍ਰਮਾਣ ਤੇ ਯਥਾਰਥਵਾਦੀ ਜਗਤ ਤੋਂ ਦੂਰ ਹਟਣ ਦੇ ਅਵਚੇਤਨ ਮਨ ਦੀ ਆਂਤਰਿਕ ਬੁੱਧੀਮਤਾ ਤੋਂ ਮੌਨ ਸੰਵਾਦ ਕਰਨ ਦੀ ਲੋੜ ਹੁੰਦੀ ਹੈ। ਮਾਰਗਦਰਸ਼ਨ ਸ਼ਕਤੀ ਤੋਂ ਜ਼ਿਆਦਾ ਗਿਆਨ ਦਾ ਦਾਅਵਾ ਕਰਕੇ ਤੁਸੀਂ ਜੀਵਨ ਦੇ ਹਰ ਖੇਤਰ 'ਚ ਹਰ ਮੁਸ਼ਕਲ ਤੋਂ ਉਭਰਨ 'ਚ ਕਾਮਯਾਬ ਹੋਗੇ ਤੇ ਆਪਣੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਵੀ। ਗਿਆਨ ਇੰਦਰੀ ਲੱਛਣਾਂ ਤੇ ਰੋਜ਼ਾਨਾ ਦੇ ਸ਼ੋਰ ਸ਼ਰਾਬੇ ਤੇ ਦੁਚਿੱਤੀ ਤੋਂ ਨਿਯਮਤ ਤੌਰ ਤੇ ਹਟਣਾ ਨੀਂਦਰ ਦੀ ਹੀ ਇੱਕ ਕਿਸਮ ਹੈ। ਯਾਨੀ ਤੁਸੀਂ ਇੰਦਰੀਆਂ ਦੀ ਦੁਨੀਆ ਲਈ ਸੁੱਤੇ ਹੁੰਦੇ ਹੋ ਤੇ ਆਪਣੇ ਅਵਚੇਤਨ ਮਨ ਦੀ ਬੁੱਧੀਮਤਾ ਤੇ ਸ਼ਕਤੀ ਲਈ ਜਾਗਰਤ ਹੁੰਦੇ ਹੋ। ਨੀਂਦ ਦੀ ਕਮੀ ਦੇ ਹੈਰਾਨੀਕੁੰਨ ਪ੍ਰਭਾਵ। ਨੀਂਦ ਦੀ ਘਾਟ ਤੁਹਾਨੂੰ ਚਿੜਚਿੜਾ, ਤੁਨਕ ਮਿਜ਼ਾਜ ਤੇ ਨਿਰਾਸ਼ਾਵਾਦੀ ਬਣਾ ਸਕਦੀ ਹੈ। ਸਾਰੇ ਇਨਸਾਨਾਂ ਨੂੰ ਸਿਹਤਮੰਦ ਰਹਿਣ ਲਈ ਘੱਟੋ ਘੱਟ 6 ਘੰਟਿਆਂ ਦੀ ਨੀਂਦ ਦੀ ਲੋੜ ਹੁੰਦੀ ਹੈ। ਜ਼ਿਆਦਾਤਰ ਲੋਕਾਂ ਨੂੰ ਇਸ ਨਾਲ ਜ਼ਿਆਦਾ ਦੀ ਜ਼ਰੂਰਤ ਹੁੰਦੀ ਹੈ। ਜਿਹੜੇ ਲੋਕ ਸੋਚਦੇ ਹੈ ਕਿ ਤੁਸੀਂ ਇਸ ਤੋਂ ਘੱਟ ਨਾਲ ਕੰਮ ਚਲਾ ਸਕਦੇ ਹੋ ਤੇ ਆਪਣੇ ਆਪ ਨੂੰ ਮੂਰਖ ਬਣਾ ਰਹੇ ਹੋ। ਜਿਹੜੇ ਸ਼ੋਧਕਰਤਾਵਾਂ ਨੇ ਨੀਂਦ ਦੀ ਪ੍ਰਤੀਕਿਰਿਆਵਾਂ ਤੇ ਨੀਂਦਰ ਦੀ ਕਮੀ 'ਚ ਸ਼ੋਧ ਕੀਤਾ ਹੈ, ਉਹ ਦੱਸਦੇ ਆ ਕਿ ਕੁਝ ਮਾਮਲਿਆਂ 'ਚ ਨਰਵਸ ਬ੍ਰੇਕਡਾਊਨ ਤੋਂ ਪਹਿਲਾਂ ਗੰਭੀਰ ਅਨਿੰਦਰਾ ਰੋਗ ਪ੍ਰਗਟ ਹੁੰਦਾ ਹੈ। ਯਾਦ ਰੱਖੋ, ਨੀਂਦ ਦੌਰਾਨ ਤੁਸੀਂ ਅਧਿਆਤਮਕ ਤੌਰ ਤੇ ਤਰੋ-ਤਾਜ਼ਾ ਹੋ ਜਾਂਦੇ ਹੋ। ਜੀਵਨ ਵਿੱਚ ਖੁਸ਼ੀ ਤੇ ਫੁਰਤੀ ਲਿਆਉਣ ਲਈ ਢੁਕਵੀਂ ਨੀਂਦਰ ਲੈਣੀ ਜ਼ਰੂਰੀ ਹੈ। ਤੁਹਾਨੂੰ ਜ਼ਿਆਦਾ ਨੀਂਦ ਦੀ ਲੋੜ ਹੈ। ਸਾਨੂੰ ਨੀਂਦ ਦੀ ਲੋੜ ਕਿਉਂ ਹੈ? ਇਹ ਪਤਾ ਲਾਉਣ ਦਾ ਇੱਕ ਤਰੀਕਾ ਇਹ ਵੀ ਦੇਖਣਾ ਹੈ ਕਿ ਨੀਂਦ ਨਹੀਂ ਮਿਲਦਾ ਕੀ ਹੁੰਦਾ ਹੈ। ਜੇ ਨੀਂਦ ਨਹੀਂ ਮਿਲਦੀ ਤਾਂ ਕੀ ਹੁੰਦਾ ਹੈ? 1964 'ਚ ਰੈਂਡੀ ਗਾਰਡਨਰ ਨਾਂ ਦੇ 17 ਸਾਲ ਦੇ ਮੁੰਡੇ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਨਾਂ ਦਰਜ ਕਰਾਉਣ ਲਈ ਜਾਗਣ ਦੀ ਕੋਸ਼ਿਸ਼ ਕੀਤੀ। ਉਹ 264 ਘੰਟੇ ਯਾਨੀ ਲਗਾਤਾਰ 11 ਦਿਨ ਤੱਕ ਜਾਗਦਾ ਰਿਹਾ। ਬਾਅਦ ਦੀਆਂ ਜਾਂਚਾਂ ਤੋਂ ਸਪਸ਼ਟ ਹੋਇਆ ਕਿ ਉਹਨੂੰ ਕੋਈ ਸਥਾਈ ਨੁਕਸਾਨ ਨਹੀਂ ਹੋਇਆ ਸੀ। ਬਹਰਹਾਲ ਜਦੋਂ ਉਹ ਆਪਣੇ ਆਪ ਨੂੰ ਜ਼ਬਰਦਸਤੀ ਜਗਾਏ ਰੱਖ ਰਿਹਾ ਸੀ ਤਾਂ ਉਹਦੇ ਸੋਚਣ ਦੀ ਪ੍ਰਕਿਰਿਆ 'ਚ ਕਸਰ ਆ ਗਈ। ਉਹਦੇ ਸ਼ਬਦਾਂ ਦੇ ਉਚਾਰਨ ਅਸਪਸ਼ਟ ਹੋ ਗਏ, ਉਹਦੀ ਯਾਦਦਾਸ਼ਤ ਗੜਬੜਾ ਗਈ। ਬਾਅਦ 'ਚ ਉਹਨੂੰ ਦ੍ਰਿਸ਼ਟੀ ਭਰਮ ਵੀ ਹੋਣ ਲੱਗਾ। ਲੰਮੇ ਸਮੇਂ ਤੱਕ ਘੱਟ ਨੀਂਦ ਲੈਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਇੰਨੇ ਮਾੜੇ ਨਤੀਜੇ ਨਹੀਂ ਮਿਲਦੇ।
ਇਹਦੇ ਗੰਭੀਰ ਪ੍ਰਭਾਵਾਂ ਤੋਂ ਹੋਰ ਵੀ ਮੁਸ਼ਕਲਾਂ 'ਚ ਪੈ ਸਕਦੇ ਆ। ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਨੀਂਦ ਸੰਬੰਧੀ ਸਮੱਸਿਆਵਾਂ ਦੇ ਕਾਰਨ ਹਰ ਸਾਲ 2 ਲੱਖ ਦੁਰਘਟਨਾਵਾਂ ਹੁੰਦੀਆਂ। 5 ਵਿੱਚੋਂ ਇੱਕ ਡਰਾਈਵਰ ਗੱਡੀ ਚਲਾਉਣ ਸਮੇਂ ਕਦੇ-ਕਦਾਰ ਝਪਕੀ ਲੈਂਦਾ ਹੈ। ਇਸੇ ਕਾਰਨ ਦਿਨ ਦੇ ਬਜਾਏ ਰਾਤ ਨੂੰ ਦੁਰਘਟਨਾ ਵਾਪਰਨ ਦੀ ਆਸ਼ੰਕਾ 5 ਤੋਂ 10 ਗੁਣਾ ਵੱਧ ਜਾਂਦੀ ਹੈ। ਵਲੰਟੀਅਰਸ ਦੇ ਨਾਲ ਕੀਤੇ ਗਏ ਪ੍ਰਯੋਗਾਂ ਕੋਲੋਂ ਪਤਾ ਚੱਲਿਆ ਕਿ ਥੱਕਿਆ ਹੋਇਆ ਮਸਤਿਸ਼ਕ ਨੀਂਦ ਲਈ ਇੰਨਾ ਵਿਆਕੁਲ ਰਹਿੰਦਾ ਹੈ ਕਿ ਉਹਨੂੰ ਪਾਉਣ ਲਈ ਕੋਈ ਵੀ ਬਲੀ ਦੇਣ ਨੂੰ ਤਿਆਰ ਰਹਿੰਦਾ ਹੈ। ਪ੍ਰਯੋਗ ਦੌਰਾਨ ਕੁਝ ਘੰਟਿਆਂ ਦੀ ਨੀਂਦ ਦੀ ਘਾਟ ਤੋਂ ਬਾਅਦ ਵਲੰਟੀਅਰ ਹਲਕੀ ਝਪਕੀ ਲੈਣ ਲੱਗੇ। ਇਸ ਤਰ੍ਹਾਂ 1 ਘੰਟੇ 'ਚ 3-4 ਵਾਰੀ ਹੋਇਆ। ਇਸ ਦੌਰਾਨ ਅਸਲੀ ਨੀਂਦਰ ਵਾਂਗ ਉਹਨਾਂ ਦੀਆਂ ਪਲਕਾਂ ਬੰਦ ਹੋ ਜਾਂਦੀਆਂ ਤੇ ਉਹਨਾਂ ਦੇ ਮਸਤਿਸ਼ਕ ਦੀਆਂ ਤਰੰਗਾਂ ਹੌਲੀਆਂ ਹੋ ਜਾਂਦੀਆਂ। ਪਹਿਲਾਂ ਤਾਂ ਝਪਕੀਆਂ ਸੈਕਿੰਡ ਦੇ ਹਿੱਸੇ ਤੱਕ ਸੀਮਤ ਰਹੀ, ਲੇਕਿਨ ਜਦੋਂ ਨੀਂਦ ਦੀ ਕਮੀ ਦੇ ਘੰਟੇ ਵੱਧਦੇ ਗਏ ਤੇ ਝਪਕੀਆਂ ਜ਼ਿਆਦਾ ਵਾਰ ਆਈਆਂ, ਜ਼ਿਆਦਾ ਸਮੇਂ ਤੱਕ ਚੱਲਦੀਆਂ ਰਹੀਆਂ, ਇੱਥੋਂ ਤੱਕ ਕਿ 2-3 ਸੈਕਿੰਡ ਤੱਕ। ਭਲੇ ਹੀ ਵਾਲੰਟੀਅਰ ਤੂਫਾਨ 'ਚ ਹਵਾਈ ਜਹਾਜ਼ ਚਲਾ ਰਿਹਾ ਹੋਵੇ, ਲੇਕਿਨ ਉਹ ਕੁਝ ਬੇਸ਼ਕੀਮਤੀ ਸੈਕਿੰਡਾਂ ਦੀ ਝਪਕੀ ਦਾ ਪ੍ਰਤੀਰੋਧ ਨਹੀਂ ਕਰ ਸਕਦਾ। ਨੀਂਦਰ ਕਾਰਨ ਸਲਾਮ ਹੁੰਦੀ ਹੈ। ਸੈਂਡਰਾ ਐਫ ਲਾਸ ਐਂਜਲਸ ਦੀ ਇੱਕ ਮੁਟਿਆਰ ਹੈ ਜਿਹੜੀ ਅਕਸਰ ਰੇਡੀਓ 'ਤੇ ਮੇਰੇ ਭਾਸ਼ਣ ਸੁਣਦੀ ਹੈ। ਉਹਨੇ ਮੈਨੂੰ ਦੱਸਿਆ ਕਿ ਉਹਨੂੰ ਨਿਊਯਾਰਕ ਸਿਟੀ 'ਚ ਇੱਕ ਨੌਕਰੀ ਦੀ ਪੇਸ਼ਕਸ਼ ਹੋਈ, ਜਿੱਥੇ ਉਹਨੂੰ ਵਰਤਮਾਨ ਨੌਕਰੀ ਤੋਂ ਦੁੱਗਣੀ ਤਨਖਾਹ ਦੇਣ ਦੀ ਪਹਿਲ ਕੀਤੀ ਗਈ। ਉਹ ਨਿਰਣਾ ਨਹੀਂ ਕਰ ਪਾ ਰਹੀ ਸੀ ਕਿ ਨਵੀਂ ਨੌਕਰੀ ਸਵੀਕਾਰ ਕਰੇ ਜਾਂ ਨਹੀਂ। ਸੌਣ ਜਾਣ ਤੋਂ ਪਹਿਲਾਂ ਉਹਨੇ ਇਹਨਾਂ ਸ਼ਬਦਾਂ ਵਿੱਚ ਪ੍ਰਾਰਥਨਾ ਕੀਤੀ, ਮੇਰੇ ਅਵਚੇਤਨ ਮਨ ਦਾ ਰਚਨਾਤਮਕ ਗਿਆਨ ਜਾਣਦਾ ਹੈ ਕਿ ਮੇਰੇ ਲਈ ਕੀ ਸਭ ਤੋਂ ਚੰਗਾ ਹੈ। ਇਹਦੀ ਪ੍ਰਵਿਰਤੀ ਹਮੇਸ਼ਾ ਜੀਵਨ ਵੱਲ ਹੈ ਤੇ ਮੈਨੂੰ ਸਹੀ ਨਿਰਣੇ ਦੱਸਦਾ ਹੈ, ਜਿਸ ਨਾਲ ਮੈਨੂੰ ਹੋਰ ਸਾਰੇ ਸੰਬੰਧਿਤ ਲੋਕਾਂ ਨੂੰ ਫਾਇਦਾ ਪੁੱਜੇਗਾ। ਮੈਂ ਉਸ ਜਵਾਬ ਲਈ ਧੰਨਵਾਦ ਦਿੰਦੀ ਹਾਂ ਜਿਹੜਾ ਮੈਂ ਜਾਣਦੀ ਹਾਂ ਕਿ ਮੈਨੂੰ ਮਿਲੇਗਾ। ਉਸਨੇ ਸੌਣ ਵੇਲੇ ਇਸ ਸੌਖੀ ਜਿਹੀ ਪ੍ਰਾਰਥਨਾ ਨੂੰ ਲੋਰੀ ਵਾਂਗ ਬਾਰ-ਬਾਰ ਦੁਹਰਾਇਆ। ਸਵੇਰੇ ਉਹਨੂੰ ਪ੍ਰਬਲ ਅਹਿਸਾਸ ਹੋਇਆ ਕਿ ਉਹਨੂੰ ਨਵੀਂ ਨੌਕਰੀ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ। ਉਹਨੇ ਉਹਨੂੰ ਠੁਕਰਾ ਦਿੱਤਾ। ਬਾਅਦ ਦੀਆਂ ਘਟਨਾਵਾਂ ਨੇ ਉਹਦੇ ਅੰਦਰੂਨੀ ਅਹਿਸਾਸ ਨੂੰ ਸਹੀ ਠਹਿਰਾਇਆ, ਕਿਉਂਕਿ ਕੁਝ ਹੀ ਮਹੀਨਿਆਂ ਬਾਅਦ ਹੀ ਉਹ ਕੰਪਨੀ ਦਿਵਾਲੀਆ ਹੋ ਗਈ। ਚੇਤਨ ਮਨ ਯਥਾਰਥਵਾਦੀ ਤੱਥਾਂ ਦੇ ਮਾਮਲੇ 'ਚ ਸਹੀ ਹੋ ਸਕਦਾ ਹੈ। ਬਹਰਹਾਲ ਅਵਚੇਤਨ ਮਨ ਦੀ ਸਹਿਜ ਬੋਧ ਦੀ ਸਮਰੱਥਾ ਨੂੰ ਕੰਪਨੀ ਦੀਆਂ ਸਮੱਸਿਆਵਾਂ ਦਾ ਅਹਿਸਾਸ ਸੀ, ਇਸ ਲਈ ਉਹਨੇ ਉਹਨੂੰ ਸਹੀ ਚੇਤਾਵਨੀ ਦਿੱਤੀ ਸੀ। ਨਿਸ਼ਚਿਤ ਤਬਾਹੀ ਤੋਂ ਬਚਾਇਆ। ਜੇ ਤੁਸੀਂ ਸੌਣ ਜਾਣ ਵੇਲੇ ਸਹੀ ਕੰਮ ਲਈ ਪ੍ਰਾਰਥਨਾ ਕਰਦੇ ਹੋ ਤਾਂ ਅਵਚੇਤਨ ਮਨ ਦੀ ਬੁੱਧੀਮਤਾ ਤੁਹਾਨੂੰ ਨਿਰਦੇਸ਼ ਦੇ ਸਕਦੀ ਹੈ ਤੇ ਤੁਹਾਡੀ ਰੱਖਿਆ ਕਰ ਸਕਦੀ ਹੈ। ਕਈ ਸਾਲ ਪਹਿਲਾਂ ਮੈਨੂੰ ਸੁਦੂਰ ਪੂਰਬ ਵਿੱਚ ਆਰਥਿਕ ਤੌਰ ਤੇ ਕਾਫੀ ਆਕਰਸ਼ਕ ਪੇਸ਼ਕਸ਼ ਹੋਈ। ਮੈਂ ਮਾਰਗਦਰਸ਼ਨ ਦੇ ਸਹੀ ਨਿਰਣਾ ਲੈਣ ਲਈ ਇਸ ਤਰ੍ਹਾਂ ਪ੍ਰਾਰਥਨਾ ਕੀਤੀ, ਮੇਰੇ ਅੰਦਰ ਦੀ ਅਸੀਮ ਬੁੱਧੀਮਤਾ ਸਾਰਾ ਕੁਝ ਜਾਣਦੀ ਹੈ। ਸਹੀ ਨਿਰਣਾ ਦੈਵੀ ਵਿਧਾਨ ਨਾਲ ਵਿੱਚ ਮੈਨੂੰ ਦੱਸਿਆ ਜਾਂਦਾ ਹੈ। ਜਦੋਂ ਜਵਾਬ ਮਿਲੇਗਾ ਤਾਂ ਮੈਂ ਉਸ ਨੂੰ ਪਹਿਚਾਣ ਲਵਾਂਗਾ। ਮੈਂ ਸੌਣ ਜਾਣ ਤੋਂ ਪਹਿਲਾਂ ਇਸ ਪ੍ਰਾਰਥਨਾ ਨੂੰ ਬਾਰ-ਬਾਰ ਲੋਰੀ ਵਾਂਗ ਦੁਹਰਾਉਂਦਾ ਸੀ। ਉਸ ਰਾਤ ਮੈਂ ਸੁਪਨਾ ਦੇਖਿਆ ਜਿਸ 'ਚ ਇੱਕ ਪੁਰਾਣਾ ਦੋਸਤ ਮੇਰੇ ਕੋਲ ਆਇਆ। ਉਹਦੇ ਹੱਥ 'ਚ ਅਖਬਾਰ ਸੀ। ਬੋਲਿਆ, ਇਹਨਾਂ ਹੈਡਲਾਈਨਸ ਨੂੰ ਪੜ੍ਹੋ। ਨਾ ਜਾਓ। ਅਖਬਾਰ ਦੀ ਹੈਡਲਾਈਨਸ ਹਿੰਸਾ, ਉਪਦਰਵ ਤੇ ਯੁੱਧ ਦੀਆਂ ਖਬਰਾਂ ਨਾਲ ਭਰੀਆਂ ਪਈਆਂ ਸੀ, ਜੋ ਸਾਰਾ ਕੁਝ ਸਮੇਂ ਬਾਅਦ ਹੀ ਉਸੇ ਇਲਾਕੇ 'ਚ ਹੋਏ ਜਿੱਥੇ ਮੈਂ ਜਾਣਾ ਸੀ। ਤੁਹਾਡਾ ਅਵਚੇਤਨ ਮਨ ਸਾਰਾ ਕੁਝ ਸਮਝਦਾ ਹੈ, ਇਹ ਸਾਰੀਆਂ ਗੱਲਾਂ ਜਾਣਦਾ ਹੈ। ਅਕਸਰ ਇਹ ਤੁਹਾਨੂੰ ਬੋਲੇਗਾ, ਲੇਕਿਨ ਇਹੋ ਜਿਹੀ ਆਵਾਜ਼ ਵਿੱਚ ਜਿਹਨੂੰ ਤੁਹਾਡਾ ਚੇਤਨ ਮਨ ਇੱਕਦਮ ਮੰਨ ਲਏਗਾ। ਜਿਸ ਸੁਪਨੇ ਬਾਰੇ ਮੈਂ ਹੁਣੇ ਦੱਸਿਆ, ਉਹਨੇ ਮੈਨੂੰ ਨਿਸ਼ਚਿਤ ਤੌਰ ਤੇ ਭਾਰੀ ਖਤਰੇ ਦੀ ਸਥਿਤੀ ਵਿੱਚ ਜਾਣ ਤੋਂ ਬਚਾ ਲਿਆ। ਮੇਰੇ ਅਵਚੇਤਨ ਮਨ ਨੇ ਆਪਣੀ ਇੱਕ ਚੇਤਾਵਨੀ ਇੱਕ ਇਹੋ ਜਿਹੇ ਵਿਅਕਤੀ ਰਾਹੀਂ ਦਿੱਤੀ ਜਿਸ ਤੇ ਮੈਂ ਭਰੋਸਾ ਕਰ ਸਕਦਾ ਸੀ ਤੇ ਸਨਮਾਨ ਕਰਦਾ ਸੀ। ਕੁਝ ਲੋਕਾਂ ਨੂੰ ਇਹ ਚੇਤਾਵਨੀ ਸੁਪਨੇ 'ਚ ਵੀ ਦੇ ਸਕਦੀ ਹੈ। ਉਹ ਵਿਅਕਤੀ ਨੂੰ ਇੱਥੇ ਜਾਂ ਉੱਥੇ ਨਾ ਜਾਣ ਨੂੰ ਕਹਿੰਦੀ ਹੈ ਤੇ ਚੇਤਾਵਨੀ ਦਾ ਕਾਰਨ ਦੱਸਦੀ ਹੈ। ਕਈ ਵਾਰ ਤੁਹਾਡਾ ਅਵਚੇਤਨ ਤੁਹਾਡੇ ਜਾਗਣ ਵੇਲੇ ਵੀ ਤੁਹਾਨੂੰ ਚੇਤਾਵਨੀ ਦੇ ਦੇਵੇਗਾ। ਤੁਹਾਨੂੰ ਲੱਗਦਾ ਹੈ ਕਿ ਆਪਣੇ ਮਾਂ ਜਾਂ ਕਿਸੇ ਹੋਰ ਪ੍ਰੀਜਨ ਦੀ ਆਵਾਜ਼ ਸੁਣੀ ਹੈ। ਤੁਸੀਂ ਰੁਕ ਕੇ ਮੁੜਦੇ ਹੋ, ਇਹਦੇ ਸਰੋਤ ਦੀ ਤਲਾਸ਼ ਕਰਦੇ ਹੋ। ਬਾਅਦ 'ਚ ਤੁਸੀਂ ਪਾਉਂਦੇ ਹੋ ਵੀ ਜੇ ਤੁਸੀਂ ਉਸੇ ਰਾਹ 'ਤੇ ਅੱਗੇ ਗਏ ਹੁੰਦੇ ਤਾਂ ਖਿੜਕੀ ਤੋਂ ਡਿੱਗਣ ਵਾਲੇ ਸਮਾਨ ਨਾਲ ਤੁਹਾਡਾ ਸਿਰ ਫਟ ਜਾਂਦਾ। ਤੁਹਾਡਾ ਭਵਿੱਖ ਤੁਹਾਡੇ ਅਵਚੇਤਨ ਮਨ 'ਚ ਹੈ। ਯਾਦ ਰੱਖੋ, ਕਿਉਂਕਿ ਤੁਹਾਡਾ ਭਵਿੱਖ ਤੁਹਾਡੀ ਆਦਤਨ ਸੋਚ ਦਾ ਨਤੀਜਾ ਹੈ, ਇਸ ਲਈ ਇਹ ਪਹਿਲਾਂ ਤੋਂ ਹੀ ਤੁਹਾਡੇ ਮਨ ਵਿੱਚ ਹੈ, ਜਦ ਤੱਕ ਕਿ ਤੁਸੀਂ ਇਹਨੂੰ ਪ੍ਰਾਰਥਨਾ ਰਾਹੀਂ ਬਦਲ ਨਾ ਲਓ। ਇਸੇ ਤਰ੍ਹਾਂ ਦੇਸ਼ ਦਾ ਭਵਿੱਖ ਵੀ ਦੇਸ਼ ਵਾਸੀਆਂ ਦੀ ਸਮੂਹਕ ਅਵਚੇਤਨਾ ਵਿੱਚ ਹੈ। ਉਸ ਸੁਪਨੇ 'ਚ ਕੁਝ ਵੀ ਅਜੀਬ ਨਹੀਂ ਹੈ ਜਿਸ ਵਿੱਚ ਮੈਂ ਅਖਬਾਰਾਂ ਦੀਆਂ
ਸੁਰਖੀਆਂ ਦੇਖੀਆਂ ਸੀ। ਹਾਲਾਂਕਿ ਉਹ ਘਟਨਾਵਾਂ ਉਸ ਸਮੇਂ ਤੱਕ ਨਹੀਂ ਵਾਪਰੀਆਂ ਸੀ। ਬਹਿਰਹਾਲ ਉਹ ਘਟਨਾਵਾਂ ਉਹਨਾਂ ਲੋਕਾਂ ਦੇ ਮਨ ਵਿੱਚ ਤਾਂ ਪਹਿਲਾਂ ਹੀ ਵਾਪਰ ਚੁੱਕੀਆਂ ਸੀ ਜਿਨ੍ਹਾਂ ਉਹਨਾਂ ਦੀ ਸਾਜ਼ਿਸ਼ ਘੜੀ ਸੀ। ਉਹਨਾਂ ਦੀ ਸਾਰੀਆਂ ਯੋਜਨਾਵਾਂ ਪਹਿਲਾਂ ਤੋਂ ਹੀ ਉਸ ਮਹਾਨ ਰਿਕਾਰਡਿੰਗ ਯੰਤਰ ਭਾਵ ਵਿਆਪਕ ਮਨ ਦੇ ਸਮੂਹ ਅਵਚੇਤਨ ਤੇ ਅੰਕਿਤ ਸੀ। ਆਉਣ ਵਾਲੇ ਕੱਲ੍ਹ ਦੀਆਂ ਘਟਨਾਵਾਂ ਤੁਹਾਡੇ ਅਵਚੇਤਨ ਮਨ 'ਚ ਹਨ। ਇਸੇ ਤਰ੍ਹਾਂ ਅਗਲੇ ਹਫ਼ਤੇ ਤੇ ਅਗਲੇ ਮਹੀਨੇ ਦੀਆਂ ਵੀ ਹਨ। ਉਹਨਾਂ ਨੂੰ ਬੜੇ ਮਾਨਸਿਕ ਜਾਂ ਦਿਵਦ੍ਰਿਸ਼ ਵਿਅਕਤੀ ਰਾਹੀਂ ਗ੍ਰਹਿਣ ਕੀਤਾ ਜਾ ਸਕਦਾ ਹੈ। ਜੇ ਤੁਸੀਂ ਪ੍ਰਾਰਥਨਾ ਕਰਨ ਦਾ ਨਿਰਣਾ ਕਰੋ ਤਾਂ ਤੁਹਾਡੇ ਨਾਲ ਕੋਈ ਤਬਾਹੀ ਜਾਂ ਤਰਾਸਦੀ ਨਹੀਂ ਹੋ ਸਕਦੀ। ਕੋਈ ਵੀ ਚੀਜ਼ ਪਹਿਲਾਂ ਤੋਂ ਹੀ ਤੈਅ ਨਹੀਂ ਹੈ। ਤੁਹਾਡਾ ਮਾਨਸਿਕ ਨਜ਼ਰੀਆ ਜਿਸ ਤਰ੍ਹਾਂ ਨਾਲ ਤੁਸੀਂ ਸੋਚਦੇ, ਮਹਿਸੂਸ ਕਰਦੇ ਤੇ ਯਕੀਨ ਕਰਦੇ ਹੋ ਉਹ ਵੀ ਤੁਹਾਡਾ ਭਾਗ ਨਿਸ਼ਚਿਤ ਕਰਦਾ ਹੈ। ਵਿਗਿਆਨਕ ਪ੍ਰਾਰਥਨਾ ਦੁਆਰਾ ਤੁਸੀਂ ਆਪਣੇ ਭਵਿੱਖ ਨੂੰ ਢਾਲ ਸਕਦੇ ਹੋ, ਆਕਾਰ ਦੇ ਸਕਦੇ ਹੋ, ਬਣਾ ਸਕਦੇ ਹੋ। ਇਨਸਾਨ ਜਿਵੇਂ ਦਾ ਬੀਜੇਗਾ ਤਿਵੇਂ ਦਾ ਹੀ ਉਹਨੂੰ ਕੱਟਣਾ ਪਏਗਾ। ਇੱਕ ਨਿੱਕੀ ਜਿਹੀ ਝਪਕੀ ਨਾਲ ਉਹਨੂੰ $15,000 ਮਿਲੇ। ਸਾਲਾਂ ਪਹਿਲਾਂ ਮੇਰੇ ਇੱਕ ਵਿਦਿਆਰਥੀ ਨੇ ਮੈਨੂੰ ਅਖਬਾਰ ਦੀ ਕਟਿੰਗ ਭੇਜੀ ਜਿਸ ਵਿੱਚ ਰੈ ਹੈਮਰਸਟ੍ਰਾਮ ਨਾਂ ਦੇ ਵਿਅਕਤੀ ਦੇ ਬਾਰੇ ਲੇਖ ਸੀ। ਉਹ ਪਿਟਸਬਰਗ ਸਟੀਲ ਮਿਲ 'ਚ ਕੰਮ ਕਰਦਾ ਸੀ। ਮਿਲ ਦੇ ਵਿਭਾਗ 'ਚ ਹਾਲ ਹੀ ਅੰਦਰ ਇੱਕ ਨਵੀਂ ਮਸ਼ੀਨ ਲਾਈ ਸੀ ਜਿਹੜੀ ਬਣ ਕੇ ਨਿਕਲਣ ਵਾਲੀ ਗਰਮ ਸਟੀਲ ਦੀ ਛੜੀ ਦੀ ਡਿਲੀਵਰੀ ਨਿਯੰਤਰਿਤ ਕਰਦੀ ਸੀ। ਮਸ਼ੀਨ ਲਾਉਣ ਵਾਲਿਆਂ ਦੀਆਂ ਤਮਾਮ ਕੋਸ਼ਿਸ਼ਾਂ ਬਾਵਜੂਦ ਮਸ਼ੀਨ ਠੀਕ ਕੰਮ ਨਹੀਂ ਕਰ ਰਹੀ ਸੀ। ਇੰਜੀਨੀਅਰਾਂ ਨੇ ਇਸ ਦਿਸ਼ਾ 'ਚ ਕਈ ਦਿਨ ਤੱਕ ਮਿਹਨਤ ਕੀਤੀ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਹੈਮਰਸਟ੍ਰਾਮ ਨੇ ਸਮੱਸਿਆ ਬਾਰੇ ਬਹੁਤ ਸੋਚਿਆ। ਉਹਨੇ ਇੱਕ ਨਵਾਂ ਡਿਜ਼ਾਈਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕੰਮ ਕਰ ਸਕੇ, ਪਰ ਉਹ ਕੁਝ ਨਹੀਂ ਸੋਚ ਪਾਇਆ। ਇੱਕ ਦੁਪਹਿਰ ਉਹ ਝਪਕੀ ਲੈਣ ਲਈ ਲੇਟਿਆ। ਸੌਣ ਵੇਲੇ ਵੀ ਉਹ ਦੋਸ਼ਪੂਰਨ ਸਵੀਚ ਦੀ ਸਮੱਸਿਆ ਬਾਰੇ ਸੋਚ ਰਿਹਾ ਸੀ। ਝਪਕੀ ਦੌਰਾਨ ਉਹਨੇ ਇੱਕ ਸੁਪਨਾ ਦੇਖਿਆ ਜਿਸ 'ਚ ਉਹਨੂੰ ਸਵੀਚ ਦੀ ਆਦਰਸ਼ ਡਿਜ਼ਾਈਨ ਦਿਸ ਗਈ। ਜਾਗਣ ਤੇ ਉਹਨੇ ਸੁਪਨੇ ਦੀ ਆਕ੍ਰਿਤੀ ਅਨੁਸਾਰ ਡਿਜ਼ਾਈਨ ਦਾ ਸਕੈਚ ਬਣਾ ਲਿਆ। ਇਸ ਕਲਪਨਾ ਪੂਰਕ ਝਪਕੀ ਨੇ ਹੈਮਰਸਟ੍ਰਾਮ ਨੂੰ $15,000 ਦਾ ਚੈੱਕ ਦਿਵਾ ਦਿੱਤਾ ਜਿਹੜਾ ਉਸ ਫਰਮ ਵੱਲੋਂ ਕਿਸੇ ਕਰਮਚਾਰੀ ਨੂੰ ਨਵੇਂ ਵਿਚਾਰ ਲਈ ਦਿੱਤਾ ਸਭ ਤੋਂ ਵੱਡਾ ਇਨਾਮ ਸੀ। ਕਿਵੇਂ ਇੱਕ ਪ੍ਰੋਫੈਸਰ ਨੇ ਨੀਂਦ ਵਿੱਚ ਆਪਣੀ ਸਮੱਸਿਆ ਸੁਲਝਾਈ। ਡਾਕਟਰ HV ਹੈਲਪ੍ਰੇਕਟ ਪੈਨਸਿਲਵੇਨੀਆ ਯੂਨੀਵਰਸਿਟੀ 'ਚ ਪ੍ਰੋਫੈਸਰ ਆਫ ਐਸੇਰੀਅਨ ਸਨ। ਆਪਣੀਆਂ ਯਾਦਗਾਰੀ ਲੇਖਾਂ 'ਚੋਂ ਇੱਕ ਅਦਭੁਤ ਅਨੁਭਵ ਦੱਸਦੇ ਹਨ। ਇਸ ਸ਼ਨਿਚਰਵਾਰ ਦੀ ਸ਼ਾਮ ਮੈਂ ਬੇਕਾਰ ਦੀਆਂ ਕੋਸ਼ਿਸ਼ਾਂ ਕਾਰਨ ਥੱਕ ਚੁੱਕਿਆ ਸੀ। ਮੈਂ ਸੁਲੇਮਾਨੀ ਪੱਥਰ ਐਗੇਟ ਦੇ 2 ਛੋਟੇ ਟੁਕੜਿਆਂ ਦਾ ਰਹੱਸ ਨਹੀਂ ਸੁਲਝਾ ਪਾ ਰਿਹਾ ਸੀ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਉਹ ਕਿਸੇ ਬੈਬਿਲਾਨ ਵਾਸੀ ਦੀ ਉਂਗਲੀ ਦੀ ਅੰਗੂਠੀ ਦੇ ਹੋਣਗੇ। ਅੱਧੀ ਰਾਤ ਦੇ ਕਰੀਬ ਮੈਂ ਸੌਣ ਚਲਾ ਗਿਆ। ਮੈਨੂੰ ਇੱਕ ਅਦਭੁਤ ਸੁਪਨਾ ਦਿਸਿਆ। ਨਿੱਪਰ ਨਾਂ ਦੀ ਥਾਂ ਤੇ ਇੱਕ ਲੰਮਾ ਛਰਹਰਾ ਪੁਜਾਰੀ ਜਿਹਦੀ ਉਮਰ ਕੋਈ 40 ਸਾਲਾਂ ਦੀ ਹੋਏਗੀ ਮੈਨੂੰ ਮੰਦਰ ਦੇ ਤੋਸ਼ਾ ਘਰ ਤੱਕ ਲੈ ਗਿਆ। ਇੱਕ ਨਿੱਕਾ ਹੇਠਲੀ ਛੱਤ ਵਾਲਾ ਕਮਰਾ ਜਿਸ 'ਚ ਬਾਰੀਆਂ ਨਹੀਂ ਸਨ ਲੱਗੀਆਂ, ਜਿੱਥੇ ਸੁਲੇਮਾਨੀ ਪੱਥਰ ਤੇ ਲੈ ਸੁਣਿਆ ਲੈਪਿਸ ਲਾਜ਼ੁਲੀ ਦੇ ਟੁਕੜੇ ਜ਼ਮੀਨ ਤੇ ਬਿਖਰੇ ਪਏ ਸਨ। ਉੱਥੇ ਉਹਨੇ ਮੈਨੂੰ ਕਿਹਾ, ਜਿਹੜੇ 2 ਟੁਕੜਿਆਂ ਦਾ ਸਕੈਚ ਤੁਸੀਂ ਪੇਜ 22 ਤੇ 26 ਤੇ ਪ੍ਰਕਾਸ਼ਿਤ ਕੀਤਾ ਹੈ ਉਹ ਉਂਗਲੀ ਦੀਆਂ ਵੱਖ-ਵੱਖ ਅੰਗੂਠੀਆਂ ਨਹੀਂ ਹਨ, ਉਹ ਇਕੱਠੀਆਂ ਹਨ। ਪਹਿਲੀ 2 ਅੰਗੂਠੀਆਂ ਦੇਵਤਾ ਦੀ ਮੂਰਤੀ ਦੇ ਕੰਨ ਦੀਆਂ ਵਾਲੀਆਂ ਹਨ। ਜਿਹੜੇ 2 ਟੁਕੜੇ ਤੁਹਾਡੇ ਕੋਲ ਹਨ ਉਹ ਉਹਨਾਂ ਦੇ ਹਿੱਸੇ ਹਨ। ਜੇ ਤੁਸੀਂ ਉਹਨਾਂ ਨੂੰ ਜੋੜ ਕੇ ਦੇਖੋਗੇ ਤਾਂ ਮੇਰੀ ਗੱਲ ਦੀ ਪੁਸ਼ਟੀ ਹੋ ਜਾਏਗੀ। ਮੈਂ ਇੱਕਦਮ ਜਾਗ ਗਿਆ। ਮੈਂ ਟੁਕੜਿਆਂ ਦੀ ਜਾਂਚ ਕੀਤੀ ਤੇ ਮੈਨੂੰ ਹੈਰਾਨੀ ਹੋਈ ਕਿ ਮੇਰਾ ਸੁਪਨਾ ਸੱਚ ਸੀ। ਸਮੱਸਿਆ ਆਖਰ ਸੁਲਝ ਗਈ। ਇਹ ਸਪਸ਼ਟੀਕਰਨ ਨਾਲ ਉਹਨਾਂ ਦੇ ਅਵਚੇਤਨ ਮਨ ਦਾ ਰਚਨਾਤਮਕ ਗਿਆਨ ਪ੍ਰਦਰਸ਼ਿਤ ਹੁੰਦਾ ਹੈ ਜਿਹੜਾ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਜਵਾਬ ਜਾਣਦਾ ਸੀ। ਕਿਵੇਂ ਅਵਚੇਤਨ ਨੇ ਇੱਕ ਮਸ਼ਹੂਰ ਲੇਖਕ ਦੇ ਸੌਂਦਿਆਂ ਕੰਮ ਕੀਤਾ। ਆਪਣੀ ਇੱਕ ਪੁਸਤਕ ਐਕਰਾਸ ਦਾ ਪਲਾਨਸ ਵਿੱਚ ਰੋਬਰਟ ਲੂਇਸ ਸਟੀਵਨਸਨ ਨੇ ਸੁਪਨੇ ਦੇ ਵਿਸ਼ੇ ਤੇ ਇੱਕ ਪੂਰਾ ਅਧਿਆਇ ਲਿਖਿਆ। ਉਹ ਪ੍ਰਬਲ ਸੁਪਨਾਦਰਸ਼ੀ ਸੀ। ਉਹਨਾਂ ਦੀ ਆਦਤ ਸੀ ਉਹ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਅਵਚੇਤਨ ਮਨ ਨੂੰ ਨਿਰਦੇਸ਼ ਦਿੰਦੇ। ਉਹ ਆਪਣੇ ਅਵਚੇਤਨ ਨਾਲ ਨਿਵੇਦਨ ਕਰਦੇ ਸੀ ਕਿ ਸੌਣ ਤੋਂ ਪਹਿਲਾਂ ਉਹਨਾਂ ਲਈ ਕਹਾਣੀਆਂ ਘੜੇ। ਉਦਾਹਰਨ ਲਈ ਜਦ ਉਹਨਾਂ ਦੇ ਬੈਂਕ ਖਾਤੇ 'ਚ ਪੈਸੇ ਘੱਟ ਹੋ ਜਾਂਦੇ ਸੀ ਤਾਂ ਆਪਣੇ ਅਵਚੇਤਨ ਨੂੰ ਕੁਝ ਇਸ ਤਰ੍ਹਾਂ ਆਦੇਸ਼ ਦਿੰਦੇ ਸੀ, ਮੈਨੂੰ ਇੱਕ ਬਿਹਤਰੀਨ ਰੋਮਾਂਚਿਕ ਨਾਵਲ ਦਿਓ ਜਿਹੜਾ ਵਿਕਾਊ ਤੇ ਲਾਹੇਵੰਦ ਹੋਵੇ। ਉਹਨਾਂ ਦਾ ਅਵਚੇਤਨ ਬੜੀ ਚੰਗੀ ਤਰ੍ਹਾਂ ਨਾਲ ਪ੍ਰਤੀਕਿਰਿਆ ਕਰਦਾ ਸੀ।
ਸਟੀਵਨਸਨ ਲਿਖਦੇ ਹੈ, ਇਹ ਨਿੱਕੇ ਬੌਣੇ ਉਹਨਾਂ ਦੇ ਅਵਚੇਤਨ ਦੀ ਬੁੱਧੀ ਤੇ ਸ਼ਕਤੀਆਂ ਮੈਨੂੰ ਟੋਟੇ ਟੋਟੇ ਵਿੱਚ ਕਿਸੇ ਸੀਰੀਅਲ ਵਾਂਗ ਕਹਾਣੀ ਦੱਸਦੇ ਹਨ, ਤੇ ਉਹਨਾਂ ਦਾ ਨਿਸ਼ਾਨਾ ਕੀ ਹੈ ਇਹ ਮੈਨੂੰ ਭਾਵ ਰਚਾਇਤਾ ਨੂੰ ਹੀ ਪਤਾ ਨਹੀਂ ਹੁੰਦਾ। ਜਾਗਰਤ ਅਵਸਥਾ ਵਿੱਚ ਮੈਂ ਜਿਹੜਾ ਵੀ ਕੰਮ ਕਰਦਾ ਜਿਸ ਦੇ ਬਾਰੇ ਮੈਂ ਚੇਤਨ ਤੌਰ ਤੇ ਜਾਗਰੂਕ ਰਹਿਣਾ, ਉਹ ਵੀ ਲੋੜੀਂਦੇ ਤੌਰ ਤੇ ਮੇਰਾ ਨਹੀਂ ਹੈ, ਕਿਉਂਕਿ ਉਸ 'ਚ ਬੌਣਿਆਂ ਦਾ ਹੱਥ ਸਾਫ਼ ਨਜ਼ਰ ਪੈਂਦਾ ਹੈ। ਸ਼ਾਂਤੀ ਨਾਲ ਸੌਵੋ, ਖੁਸ਼ੀ ਨਾਲ ਜਾਗੋ। ਜੇ ਤੁਸੀਂ ਉਨੀਂਦਰਾ ਰੋਗ ਨਾਲ ਪੀੜਤ ਹੋ ਤਾਂ ਤੁਸੀਂ ਹੇਠ ਦਿੱਤੀ ਗਈ ਪ੍ਰਾਰਥਨਾ ਨੂੰ ਬਹੁਤ ਕਾਰਗਰ ਪਾਓਗੇ। ਇਹਨੂੰ ਸੌਣ ਤੋਂ ਪਹਿਲਾਂ ਹੌਲੀ ਹੌਲੀ ਸ਼ਾਂਤੀ ਨਾਲ ਤੇ ਪਿਆਰ ਨਾਲ ਦੁਹਰਾਓ। ਮੇਰੇ ਪੈਰਾਂ ਦੇ ਅੰਗੂਠੇ ਸ਼ਿਥਲ ਹਨ, ਮੇਰੀ ਟਖਨੇ ਸ਼ਿਥਲ ਹਨ, ਮੇਰੀ ਢਿੱਡ ਦੀਆਂ ਮਾਸਪੇਸ਼ੀਆਂ ਸ਼ਿਥਲ ਹਨ, ਮੇਰਾ ਹਿਰਦਾ ਤੇ ਫੇਫੜੇ ਸ਼ਿਥਲ ਹਨ, ਮੇਰੇ ਹੱਥ ਸ਼ਿਥਲ ਹਨ, ਮੇਰੀ ਧੌਣ ਸ਼ਿਥਲ ਹੈ, ਮੇਰਾ ਮਸਤਿਸ਼ਕ ਸ਼ਿਥਲ ਹੈ, ਮੇਰਾ ਚਿਹਰਾ ਸ਼ਿਥਲ ਹੈ, ਮੇਰੀਆਂ ਅੱਖਾਂ ਸ਼ਿਥਲ ਹਨ, ਮੇਰਾ ਪੂਰਾ ਮਨ ਤੇ ਸਰੀਰ ਸ਼ਿਥਲ ਹੈ। ਮੈਂ ਪੂਰੀ ਤਰ੍ਹਾਂ ਨਾਲ ਹਰ ਇੱਕ ਨੂੰ ਖਿਮਾ ਕਰਦਾ ਤੇ ਮੈਂ ਸਾਰਿਆਂ ਲਈ ਇਕਸੁਰਤਾ, ਸਿਹਤ, ਸ਼ਾਂਤੀ ਤੇ ਜੀਵਨ ਦੀਆਂ ਸਾਰੀਆਂ ਰਹਿਮਤਾਂ ਦੀ ਸੱਚੀ ਇੱਛਾ ਰੱਖਦਾ। ਮੈਂ ਸ਼ਾਂਤੀ ਨਾਲ ਹਾਂ, ਮੈਂ ਸੰਤੁਲਿਤ ਤੇ ਸ਼ਾਂਤ ਹਾਂ, ਮੈਂ ਸੁਰੱਖਿਆ ਤੇ ਸ਼ਾਂਤੀ ਨਾਲ ਆਰਾਮ ਕਰਦਾ ਹਾਂ। ਇੱਕ ਡੂੰਘੀ ਸ਼ਾਂਤੀ ਮੇਰੇ ਸਾਰੇ ਅਸਤਿਤਵ ਨੂੰ ਸ਼ਾਂਤ ਕਰਦੀ ਹੈ। ਜਦੋਂ ਮੈਂ ਆਪਣੇ ਅੰਦਰ ਦੈਵੀ ਉਪਸਥਿਤੀ ਦਾ ਅਹਿਸਾਸ ਕਰਦਾ, ਮੈਂ ਜਾਣਦਾ ਕਿ ਜੀਵਨ ਤੇ ਪ੍ਰੇਮ ਦਾ ਅਹਿਸਾਸ ਮੇਰਾ ਇਲਾਜ ਕਰਦਾ ਹੈ। ਮੈਂ ਆਪਣੇ ਆਪ ਨੂੰ ਪ੍ਰੇਮ ਦੀ ਚਾਦਰ 'ਚ ਵਲੇਟਦਾ, ਸਾਰਿਆਂ ਦੇ ਪ੍ਰਤੀ ਸਦਭਾਵਨਾ ਨਾਲ ਭਰਿਆ ਸੌਂਦਾ। ਰਾਤ ਭਰ ਸ਼ਾਂਤੀ ਮੇਰੇ ਨਾਲ ਰਹਿੰਦੀ ਹੈ ਤੇ ਸਵੇਰੇ ਮੈਂ ਜੀਵਨ ਤੇ ਪ੍ਰੇਮ ਨਾਲ ਭਰਿਆ ਰਹਾਂਗਾ। ਮੇਰੇ ਚਾਰੇ ਪਾਸੇ ਪ੍ਰੇਮ ਦਾ ਦਾਇਰਾ ਹੈ, ਮੈਨੂੰ ਕਿਸੇ ਬੁਰਾਈ ਦਾ ਡਰ ਨਹੀਂ ਹੋਏਗਾ, ਕਿਉਂਕਿ ਤੁਸੀਂ ਮੇਰੇ ਨਾਲ ਹੋ। ਮੈਂ ਸ਼ਾਂਤੀ ਨਾਲ ਸੌਵਾਂਗਾ, ਖੁਸ਼ੀ ਨਾਲ ਜੀਵਾਂਗਾ ਤੇ ਉਹਨਾਂ ਵਿੱਚ ਜੀਵਾਂਗਾ, ਚੱਲਾਂਗਾ ਤੇ ਮੇਰਾ ਅਸਤਿਤਵ ਹੋਵੇਗਾ। ਨੀਂਦ ਦੇ ਚਮਤਕਾਰਾਂ ਦਾ ਸੰਖੇਪ। ਪਹਿਲਾ, ਜੇ ਤੁਸੀਂ ਚਿੰਤਤ ਹੋ ਕਿ ਤੁਸੀਂ ਸਮੇਂ ਤੇ ਉੱਠ ਨਹੀਂ ਪਾਓਗੇ ਤਾਂ ਸੌਣ ਤੋਂ ਪਹਿਲਾਂ ਆਪਣੇ ਅਵਚੇਤਨ ਮਨ ਨੂੰ ਉਸ ਠੀਕ ਸਮਾਂ ਦੱਸ ਦਿਓ ਜਦੋਂ ਤੁਸੀਂ ਉੱਠਣਾ ਚਾਹੁੰਦੇ ਹੋ। ਇਹ ਤੁਹਾਨੂੰ ਉਠਾ ਦੇਗਾ। ਇਹਨੂੰ ਕਿਸੇ ਘੜੀ ਦੀ ਲੋੜ ਨਹੀਂ ਹੈ। ਸਾਰੀ ਸਮੱਸਿਆਵਾਂ ਲਈ ਇੰਝ ਹੀ ਕਰੋ। ਤੁਹਾਡੇ ਅਵਚੇਤਨ ਲਈ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ। ਦੂਸਰਾ, ਤੁਹਾਡਾ ਅਵਚੇਤਨ ਕਦੇ ਨਹੀਂ ਸੌਂਦਾ, ਇਹ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ। ਇਹ ਤੁਹਾਡੀਆਂ ਸਾਰੀਆਂ ਮਹੱਤਵਪੂਰਨ ਕਾਰਜ ਪ੍ਰਣਾਲੀਆਂ ਨੂੰ ਨਿਯੰਤਰਿਤ ਕਰਦਾ ਹੈ। ਆਪਣੇ ਆਪ ਨੂੰ ਤੇ ਬਾਕੀ ਸਾਰਿਆਂ ਨੂੰ ਮਾਫ ਕਰ ਦਿਓ। ਸੌਣ ਤੋਂ ਪਹਿਲਾਂ ਤੇ ਜਾਗਣ ਤੋਂ ਠੀਕ ਬਾਅਦ ਉਪਚਾਰ ਜ਼ਿਆਦਾ ਤੇਜ਼ੀ ਨਾਲ ਹੋਏਗਾ। ਤੀਸਰਾ, ਸੌਣ ਵੇਲੇ ਤੁਹਾਨੂੰ ਮਾਰਗਦਰਸ਼ਨ ਦਿੱਤਾ ਜਾਂਦਾ ਹੈ ਕਿ ਜੋ ਕਈ ਵਾਰ ਸੁਪਨੇ 'ਚ ਮਿਲਦਾ ਹੈ। ਉਪਚਾਰਕ ਪ੍ਰਭਾਵ ਵੀ ਮੁਕਤ ਹੁੰਦਾ ਹੈ, ਜਿਸ ਨਾਲ ਤੁਸੀਂ ਸਵੇਰੇ ਫੁਰਤੀ ਤੇ ਤਾਜ਼ਗੀ ਮਹਿਸੂਸ ਕਰਦੇ ਹੋ। ਚੌਥਾ, ਜਦੋਂ ਤੁਸੀਂ ਸਾਰੇ ਦਿਨ ਦੀਆਂ ਚਿੰਤਾਵਾਂ ਤੇ ਸੰਘਰਸ਼ਾਂ ਦੇ ਕਾਰਨ ਸੰਤਾਪ 'ਚ ਹੋਵੋ ਤਾਂ ਆਪਣੇ ਦਿਮਾਗ ਨੂੰ ਸ਼ਾਂਤ ਕਰ ਲਓ ਤੇ ਆਪਣੇ ਅਵਚੇਤਨ ਮਨ 'ਚ ਵਾਸ ਕਰਨ ਵਾਲੀ ਅਸੀਮ ਬੁੱਧੀਮੱਤਾ ਤੇ ਗਿਆਨ ਦੇ ਬਾਰੇ ਸੋਚੋ, ਜਿਹੜਾ ਤੁਹਾਨੂੰ ਜਵਾਬ ਦੇਣ ਲਈ ਤਿਆਰ ਹੈ। ਇਸ ਲਈ ਤੁਹਾਨੂੰ ਸ਼ਾਂਤੀ, ਸ਼ਕਤੀ ਤੇ ਆਤਮ ਵਿਸ਼ਵਾਸ ਮਿਲੇਗਾ। ਪੰਜਵਾਂ, ਨੀਂਦਰ ਮਾਨਸਿਕ ਸ਼ਾਂਤੀ ਤੇ ਸਰੀਰਕ ਸਿਹਤ ਲਈ ਲੋੜੀਂਦੀ ਹੈ। ਨੀਂਦ ਦੀ ਕਸਰ ਨਾਲ ਚਿੜਚਿੜਾਪਨ, ਤਣਾਅ ਤੇ ਮਾਨਸਿਕ ਵਿਕ੍ਰਿਤੀਆਂ ਹੋ ਸਕਦੀਆਂ। ਤੁਹਾਨੂੰ 8 ਘੰਟਿਆਂ ਦੀ ਨੀਂਦ ਦੀ ਲੋੜ ਹੈ। ਛੇਵਾਂ, ਚਿਕਿਤਸਾ ਸ਼ੋਧਕਰਤਾਵਾਂ ਨੇ ਦੱਸਿਆ ਕਿ ਨੀਂਦਰਾ ਕਈ ਵਾਰ ਨਰਵਸ ਬ੍ਰੇਕਡਾਊਨ ਤੋਂ ਠੀਕ ਪਹਿਲਾਂ ਹੁੰਦਾ ਹੈ। ਸੱਤਵਾਂ, ਨੀਂਦ ਦੌਰਾਨ ਤੁਸੀਂ ਅਧਿਆਤਮਿਕ ਤੌਰ ਤੇ ਤਰੋਤਾਜ਼ਾ ਹੁੰਦੇ ਹੋ। ਜੀਵਨ 'ਚ ਖੁਸ਼ੀ ਤੇ ਫੁਰਤੀ ਲਈ ਉਪਯੁਕਤ ਨੀਂਦਰ ਜ਼ਰੂਰੀ ਹੈ। ਅੱਠਵਾਂ, ਤੁਹਾਡਾ ਥੱਕਿਆ ਹੋਇਆ ਮਸਤਿਸ਼ਕ ਨੀਂਦਰ ਲਈ ਇੰਨਾ ਬੇਤਾਬ ਰਹਿੰਦਾ ਹੈ ਕਿ ਇਹਨੂੰ ਪਾਉਣ ਲਈ ਇਹ ਕੁਝ ਵੀ ਬਲੀ ਦੇਣ ਲਈ ਤਿਆਰ ਰਹਿੰਦਾ ਹੈ। ਕਾਰ ਚਲਾਉਣ ਸਮੇਂ ਸੌਂ ਜਾਣ ਵਾਲੇ ਲੋਕ ਇਸ ਗੱਲ ਦੀ ਗਵਾਹੀ ਦੇ ਸਕਦੇ ਹੈ। ਨੌਵਾਂ, ਨੀਂਦ ਦੀ ਕਸਰ ਦੇ ਸ਼ਿਕਾਰ ਲਈ ਕਈ ਲੋਕਾਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਤੇ ਉਹਨਾਂ 'ਚ ਸਹੀ ਤਾਲਮੇਲ ਦੀ ਕਮੀ ਰਹਿੰਦੀ ਹੈ। ਉਹ ਚਕਰਾਏ ਹੋਏ, ਦੁਚਿੱਤੀਪਣ ਤੇ ਇਕਾਗਰਤਾ ਰਹਿਤ ਹੁੰਦੇ ਹਨ। 10ਵਾਂ, ਨੀਂਦ ਸਲਾਹ ਲਿਆਉਂਦੀ ਹੈ। ਸੌਣ ਤੋਂ ਪਹਿਲਾਂ ਦਾਅਵਾ ਕਰੋ ਕਿ ਤੁਹਾਡੇ ਅਵਚੇਤਨ ਮਨ ਦੀ ਅਸੀਮ ਬੁੱਧੀਮੱਤਾ ਤੁਹਾਨੂੰ ਮਾਰਗਦਰਸ਼ਨ ਦੇ ਰਹੀ ਹੈ ਤੇ ਨਿਰਦੇਸ਼ਿਤ ਕਰ ਰਹੀ ਹੈ। ਫਿਰ ਉਸ ਸੰਕੇਤ ਤੇ ਨਜ਼ਰ ਰੱਖੋ ਜਿਹੜਾ ਸ਼ਾਇਦ ਜਾਗਣ ਤੇ ਤੁਹਾਨੂੰ ਮਿਲੇਗਾ। 11ਵਾਂ, ਆਪਣੇ ਅਵਚੇਤਨ ਤੇ ਪੂਰਾ ਭਰੋਸਾ ਕਰੋ। ਜਾਣ ਲਓ ਕਿ ਇਹਦੀ ਪ੍ਰਵਿਰਤੀ ਹਮੇਸ਼ਾ ਜੀਵਨ ਵੱਲ ਹੈ। ਕਦੇ ਕਦਾਰ ਤੁਹਾਡਾ ਅਵਚੇਤਨ ਮਨ ਰਾਤ ਦੇ ਕਿਸੇ ਬਹੁਤ ਸਪਸ਼ਟ ਸੁਪਨੇ 'ਚ ਤੁਹਾਨੂੰ ਜਵਾਬ ਦਿੰਦਾ ਹੈ। ਤੁਹਾਨੂੰ ਸੁਪਨੇ 'ਚ ਉਸੇ ਤਰ੍ਹਾਂ ਦੀ ਪਹਿਲਾਂ ਚੇਤਾਵਨੀ ਮਿਲ ਸਕਦੀ ਹੈ ਜਿਵੇਂ ਇਸ ਪੁਸਤਕ ਦੇ ਲੇਖਕ ਨੂੰ ਮਿਲੀ ਸੀ। 12ਵਾਂ,
ਤੁਹਾਡਾ ਭਵਿੱਖ ਹੁਣੇ ਤੁਹਾਡੇ ਮਨ ਵਿੱਚ ਹੈ, ਜਿਹਦਾ ਆਧਾਰ ਤੁਹਾਡੀ ਆਦਤਨ ਸੋਚ ਤੇ ਵਿਸ਼ਵਾਸ ਹੈ। ਦਾਅਵਾ ਕਰੋ ਕਿ ਅਸੀਮ ਗਿਆਨ ਤੁਹਾਡੀ ਅਗਵਾਈ ਕਰ ਰਿਹਾ, ਮਾਰਗਦਰਸ਼ਨ ਕਰ ਰਿਹਾ। ਇਹ ਵੀ ਕਿ ਤੁਹਾਨੂੰ ਵਧੀਆ ਹੀ ਮਿਲੇਗਾ ਤੇ ਤੁਹਾਡਾ ਭਵਿੱਖ ਅਦਭੁਤ ਹੋਏਗਾ। ਇਸ ਤੇ ਯਕੀਨ ਕਰੋ ਤੇ ਇਹਨੂੰ ਸਵੀਕਾਰ ਕਰੋ। ਵਧੀਆ ਤੋਂ ਵਧੀਆ ਦੀ ਆਸ ਕਰੋਗੇ ਤਾਂ ਨਿਸ਼ਚਿਤ ਤੌਰ ਤੇ ਤੁਹਾਨੂੰ ਸਭ ਤੋਂ ਵਧੀਆ ਮਿਲੇਗਾ। 13ਵਾਂ, ਜੇ ਤੁਸੀਂ ਕੋਈ ਨਾਵਲ, ਨਾਟਕ ਜਾਂ ਪੁਸਤਕ ਲਿਖ ਰਹੇ ਹੋ ਜਾਂ ਕਿਸੇ ਅਵਿਸ਼ਕਾਰ ਉੱਤੇ ਕੰਮ ਕਰ ਰਹੇ ਹੋ ਤਾਂ ਆਪਣੇ ਅਵਚੇਤਨ ਮਨ ਨਾਲ ਰਾਤ ਵਿੱਚ ਗੱਲ ਕਰੋ। ਹਿੰਮਤ ਨਾਲ ਦਾਅਵਾ ਕਰੋ ਕਿ ਇਹਦੀ ਬੁੱਧੀਮਤਾ, ਗਿਆਨ ਤੇ ਸ਼ਕਤੀ ਤੁਹਾਡਾ ਮਾਰਗਦਰਸ਼ਨ ਤੇ ਨਿਰਦੇਸ਼ਨ ਕਰੇ ਤੇ ਆਦਰਸ਼ ਨਾਟਕ, ਨਾਵਲ, ਪੁਸਤਕ ਜਾਂ ਆਦਰਸ਼ ਸਮਾਧਾਨ ਨੂੰ ਪ੍ਰਗਟ ਕਰ ਰਹੇ ਹੋ। ਜਦ ਤੁਸੀਂ ਇਸ ਤਰ੍ਹਾਂ ਨਾਲ ਪ੍ਰਾਰਥਨਾ ਕਰੋਗੇ ਤਾਂ ਚਮਤਕਾਰ ਹੋ ਜਾਣਗੇ। ਧੰਨਵਾਦ।